ਭੂਰਿਆਂ ਵਾਲੇ ਰਾਜੇ ਕੀਤੇ ਭਾਗ 11। ਮੁਗਲ ਸਰਕਾਰ ਦੀ ਬੰਦਾ ਸਿੰਘ ਬਹਾਦਰ ਵਿਰੁੱਧ ਮੁਹਿੰਮ, ਮੁਗਲ ਸਰਦਾਰ ਦੀ ਨਿਰਾਸਤਾ ਤੇ ਪੜੋਲ ਕਠੂਏ ਦੇ ਲੋਕਾਂ ਦੀ ਸ਼ਾਮਤ, ਮੁਗਲ ਸਰਦਾਰਾਂ ਦੀ ਆਪੋ ਵਿੱਚ ਕੁੜੱਤਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਹੰਮਦ ਅਮੀਨ ਖਾਨ ਬਹਾਦਰ ਅਤੇ ਰੁਸਤਮ ਜੰਗ 31 ਮਈ ਨੂੰ ਸੌਖੇ ਹੀ ਫੌਜ ਸਮੇਤ ਰਾਵੀਓਂ ਪਾਰ ਹੋ ਗਏ। ਇੱਥੇ ਇਹਨਾਂ ਨੂੰ ਪਤਾ ਲੱਗਾ ਕਿ ਬੰਦਾ ਸਿੰਘ ਨੇ ਔਰੰਗਾਬਾਦ ਤੇ ਪਸਰੂਰ ਮਾਰ ਲਿਆ ਹੈ ਤੇ ਉਹਨਾਂ ਤੋਂ ਬਹੁਤੀ ਦੂਰ ਨਹੀਂ ਹੈ। ਦੂਜੇ ਪਾਸੇ ਬਾਦਸ਼ਾਹ ਵੀ ਰਵਾਂ ਰਵੀਂ ਲਾਹੌਰ ਵੱਲ ਆ ਰਿਹਾ ਸੀ। ਮੁਹੰਮਦ ਅਮੀਨ ਖਾਨ ਬਹਾਦਰ ਦੀਆਂ ਦੋ ਲਿਖਤਾਂ ਜੋ ਕਰਮਵਾਰ 23 ਮਈ ਤੇ 28 ਮਈ ਨੂੰ ਬਾਦਸ਼ਾਹ ਨੂੰ ਪੁੱਜੀਆਂ, ਜਿਨ੍ਹਾਂ 'ਚ 28 ਮਈ ਵਾਲੀ ਬੱਸੀ ਦੇ ਮੁਕਾਮ ਤੇ ਮਿਲੀ ਤੇ ਫਿਰ ਇੱਕ ਲਿਖਤ ਮੁਹੰਮਦ ਅਮੀਨ ਖਾਨ ਤੇ ਰੁਸਤਮ ਜੰਗ ਦੀ ਲਿਖਤ ਰਾਹੀਂ ਬਾਦਸ਼ਾਹ ਨੂੰ ਖਬਰ ਦਿੱਤੀ ਗਈ ਸੀ ਕਿ ਬੰਦਾ ਸਿੰਘ ਬਟਾਲਿਓਂ ਹਟ ਕੇ ਰਾਵੀਓਂ ਪਾਰ ਹੋ ਗਿਆ ਹੈ। ਜਾਪਦਾ ਹੈ ਕਿ ਜਰਨੈਲਾਂ ਦੀ ਜ਼ਮੀਰ ਨੇ ਹੀ ਉਹਨਾਂ ਨੂੰ ਕੋਸਿਆ ਹੋਵੇਗਾ ਤੇ ਕੁਝ ਬਾਦਸ਼ਾਹ ਵੱਲੋਂ ਵੀ ਡਰ ਕੇ ਤੁਹਾਡੇ ਐਡੇ ਨਜ਼ਦੀਕ ਹੋਣ ਤੇ ਵੀ ਬੰਦਾ ਸਿੰਘ 2 ਸ਼ਹਿਰ ਮਾਰ ਕੇ ਸਾਫ਼ ਕਰ ਜਾਵੇ। ਤੁਸਾਂ ਕੀ ਕਦਮ ਚੁੱਕਿਆ? ਇਸ ਖਿਆਲ ਨੇ ਉਹਨਾਂ ਨੂੰ ਤੱਟ-ਫੱਟ ਕੁਛ ਕਰਨ ਤੇ ਮਜਬੂਰ ਕੀਤਾ ਹੋਵੇ ਤਾਂ ਕਿ ਨਮਕ ਹਲਾਲੀ ਤੇ ਵਫਾਦਾਰੀ ਤੇ ਧੱਬਾ ਨਾ ਲੱਗੇ। ਸੋ ਇੱਕ ਦਿਨ ਰਾਤ ਵਿੱਚ 30 ਕੋਹ ਦਾ ਪੈਂਡਾ ਤੈਅ ਕਰਕੇ ਪਸਰੂਰੋਂ 7 ਕੋਹ ਪਰੇ 1 ਜੂਨ ਵਾਲੇ ਦਿਨ ਸਿੰਘਾਂ ਨਾਲ ਟੱਕਰ ਜਾ ਲਈ। ਜਥੇ ਵਿੱਚ ਸਿੰਘਾਂ ਦੀ ਗਿਣਤੀ ਬੜੀ ਥੋੜੀ ਸੀ। ਦੂਸਰੇ ਪਾਸੇ ਮੁਹੰਮਦ ਅਮੀਨ ਖਾਂ, ਰੁਸਤਮ ਜੰਗ ਤੇ ਈਸਾ ਖਾਂ ਮੰਝ ਅਤੇ ਹੋਰ ਬਾਦਸ਼ਾਹੀ ਸਰਦਾਰ ਤੇ ਮੁਲਖਈਆ ਜੋ ਨਾਲ ਰਲ ਤੁਰਿਆ ਸੀ, ਸਭ ਦੀ ਰਲ ਕੇ ਗਿਣਤੀ ਬਹੁਤ ਜ਼ਿਆਦਾ ਸੀ। ਸਿੰਘ ਵੀ ਤੇਗਾਂ ਸੂਤ ਕੇ ਬਿਫਰੇ ਸ਼ੇਰਾਂ ਵਾਂਗ ਗਲ ਪੈ ਗਏ। ਦੋਹਾਂ ਪਾਸਿਆਂ ਦਾ ਬੜਾ ਨੁਕਸਾਨ ਹੋਇਆ। ਇਹਨਾਂ ਸਰਦਾਰਾਂ ਨੇ ਪਿਛਲੀ ਢਿੱਲ ਮੱਠ ਚਾਲ ਜੋ ਇਹਨਾਂ ਬੰਦਾ ਸਿੰਘ ਦੇ ਮਗਰ ਅਖਤਿਆਰ ਕੀਤੀ ਹੋਈ ਸੀ ਦਾ ਦਾਗ ਧੋਣ ਲਈ ਆਪਣੇ ਸੂਰਬੀਰਾਂ ਨੂੰ ਬੜਾ ਉਤਸ਼ਾਹਤ ਕੀਤਾ। ਸਿੰਘਾਂ ਦੀ ਘੱਟ ਗਿਣਤੀ ਵੀ ਉਹਨਾਂ ਦੇ ਹੌਸਲੇ ਵਿੱਚ ਵਾਧਾ ਕਰ ਰਹੀ ਸੀ ਤੇ ਲਲਕਾਰੇ ਵੱਜ ਰਹੇ ਸਨ ਕਿ ਕੋਈ ਬਚ ਕੇ ਨਾ ਜਾਣ ਦਿੱਤਾ ਜਾਵੇ। ਦੂਜੇ ਪਾਸੇ ਵੈਰੀ ਦੀ ਬਹੁਤੀ ਗਿਣਤੀ ਦਾ ਸਿੰਘਾਂ ਉੱਤੇ ਅਸਰ ਕੋਈ ਨਹੀਂ ਸੀ। ਗਿਣਤੀਆਂ ਮਿਣਤੀਆਂ ਵਿੱਚ ਤਾਂ ਸਿੰਘ ਪੈਂਦੇ ਹੀ ਨਹੀਂ। ਦੋਵੇਂ ਧਿਰਾਂ ਖੂਬ ਜੀ ਤੋੜ ਕੇ ਲੜੀਆਂ ਤੇ ਦਿਲਾਂ ਦੇ ਅਰਮਾਨ ਕੱਢੇ। ਮੁਹੰਮਦ ਅਮੀਨ ਖਾਨ ਵੱਲੋਂ ਬਾਦਸ਼ਾਹ ਦੀ ਸੇਵਾ ਵਿੱਚ ਇਸ ਲੜਾਈ ਸੰਬੰਧੀ ਭੇਜੀ ਗਈ ਤਹਿਰੀਰ ਜੋ 4 ਜੂਨ ਨੂੰ ਮਿਲੀ, ਉਸ ਵਿੱਚ ਉਹ ਮੰਨਦਾ ਹੈ ਕਿ ਬਾਦਸ਼ਾਹੀ ਫੌਜ ਦੇ ਬੰਦੇ ਵੀ ਬਹੁਤ ਫੱਟੜ ਹੋਏ। ਬੰਦਾ ਹਾਏ ਬਾਦਸ਼ਾਹੀ ਹੰਬਸ ਯਾਰ ਜ਼ਖਮੀ ਸ਼ੁਦਾ। ਮੁਹੰਮਦ ਅਮੀਨ ਖਾਨ ਤੇ ਈਸਾ ਖਾਨ ਮੰਝ ਦੇ ਹਾਥੀ ਵੀ ਫੱਟੜ ਹੋਏ ਤੇ ਉਹ ਆਪ ਬੜੀ ਮੁਸ਼ਕਲ ਨਾਲ ਜਾਨ ਬਚਾ ਸਕੇ। ਜਿਸ ਤੁੰਦੀ ਤੇ ਜੋਸ਼ ਨਾਲ ਸਿੰਘ ਲੜੇ ਸਨ, ਇਸ ਤੋਂ ਇਹਨਾਂ ਨੂੰ ਨਿਸ਼ਚਾ ਹੋ ਗਿਆ ਕਿ ਬੰਦਾ ਸਿੰਘ ਆਪ ਲੜਾਈ ਵਿੱਚ ਸ਼ਾਮਲ ਨਹੀਂ ਹੈ, ਨਹੀਂ ਤਾਂ ਸ਼ਾਹੀ ਫੌਜ ਦਾ ਇੰਨਾ ਨੁਕਸਾਨ ਨਹੀਂ ਸੀ ਹੋਣਾ। ਉਸ ਤੋਂ ਬਿਨਾਂ ਫੌਜ ਦਾ ਇਹ ਮੰਦਾ ਹਾਲ ਨਹੀਂ ਸੀ ਹੋਣਾ, ਕਿਉਂਕਿ ਬੰਦਾ ਸਿੰਘ ਨੂੰ ਕਿਸੇ ਨੇ ਵੇਖਿਆ ਨਹੀਂ ਸੀ। ਇਸ ਲਈ ਉਹਨਾਂ ਸਮਝਿਆ ਕਿ ਬੰਦਾ ਸਿੰਘ ਮਾਰਿਆ ਗਿਆ ਹੈ ਜਾਂ ਘਾਇਲ ਹੋ ਕੇ ਫੱਟੜਾਂ ਵਿੱਚ ਡਿੱਗਾ ਪਿਆ ਹੈ। ਇਸ ਲਈ ਉਹਨਾਂ ਨੇ ਉਹ ਜਾਣਕਾਰ ਬੰਦੇ ਬੁਲਾਏ ਜੋ ਬੰਦਾ ਸਿੰਘ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ ਤੇ ਲੋਥਾਂ ਪਛਾਣਨ ਦਾ ਪ੍ਰਬੰਧ ਕੀਤਾ। ਇੱਕ ਇੱਕ ਕਰਕੇ ਲੋਥਾਂ ਤੇ ਫੱਟੜ ਵੇਖੇ ਗਏ। ਸਾਰਿਆਂ ਨੂੰ ਬੜੀ ਨਿਰਾਸਤਾ ਹੋਈ ਤੇ ਅੰਤ ਮੁਹੰਮਦ ਅਮੀਨ ਖਾਨ ਨੇ ਬਾਦਸ਼ਾਹ ਨੂੰ ਲਿਖ ਘੱਲਿਆ ਕਿ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਬੰਦਾ ਸਿੰਘ ਇਕੱਲਾ ਹੀ ਨਿਕਲ ਕੇ ਦੌੜ ਗਿਆ ਹੈ। ਇਸ ਗੱਲ ਦੀ ਹੈਰਾਨੀ ਤੇ ਅਫਸੋਸ ਵੀ ਹੈ। ਸੱਚਾਈ ਇਹ ਹੈ ਕਿ ਬੰਦਾ ਸਿੰਘ ਇਸ ਜਥੇ ਵਿੱਚ ਹੈ ਹੀ ਨਹੀਂ ਸੀ। ਉਹ ਆਪਣੇ ਸਿੰਘਾਂ ਦੇ ਦੂਜੇ ਜਥੇ ਨਾਲ ਜੰਮੂ ਦੀਆਂ ਉੱਤਰ ਚੜ੍ਹਦੇ ਪਹਾੜੀਆਂ ਵੱਲ ਨੂੰ ਚਲਾ ਗਿਆ ਸੀ। ਇਹ ਜਥਾ ਜਿਸ ਨਾਲ ਉਪਰੋਕਤ ਜੰਗ ਹੋਈ, ਮਾਲੂਮ ਹੁੰਦਾ ਹੈ ਉੱਤਰ ਲਹਿੰਦੇ ਵੱਲ ਪਸਰੂਰ ਨੂੰ ਹੌਲੀ ਗਿਆ ਸੀ, ਇਸ ਲਈ ਕਿ ਬਾਦਸ਼ਾਹੀ ਫੌਜਾਂ ਇਸ ਜਥੇ ਮਗਰ ਲੱਗ ਜਾਣ ਤੇ ਬੰਦਾ ਸਿੰਘ ਮੌਕਾ ਪਾ ਕੇ ਦੂਜੇ ਜਥੇ ਨਾਲ ਉੱਤਰ ਚੜ੍ਹਦੇ ਨੂੰ ਨਿਕਲ ਜਾਵੇ। ਆਪਣੇ ਆਗੂ ਨੂੰ ਬਚਾਉਣ ਲਈ ਸਿੰਘਾਂ ਦੀ ਇਹ ਆਪਾ ਵਾਰੂ ਚਾਲ ਸੀ। ਹਰ ਜਿੱਤ ਦਾ ਮੁੱਢ ਕੁਰਬਾਨੀ ਦਾ ਜਜ਼ਬਾ ਹੀ ਹੁੰਦਾ ਹੈ। ਆਪਣੀ ਵਿਉਂਤ ਵਿੱਚ ਸਿੰਘ ਪੂਰੀ ਤਰ੍ਹਾਂ ਸਫਲ ਹੋ ਗਏ, ਭਾਵੇਂ ਜੰਗ ਵਿੱਚ ਉਹਨਾਂ ਨੂੰ ਡਾਢੀ ਹਾਨੀ ਉਠਾਉਣੀ ਪਈ। ਬੰਦਾ ਸਿੰਘ ਨੇ ਪਹਾੜੀਆਂ ਵਿੱਚ ਜਾ ਕੇ ਆਪਣਾ ਰੁਖ ਚੜ੍ਹਦੇ ਦੱਖਣ ਵੱਲ ਕਰ ਲਿਆ। ਮਗਰ ਲੱਗੀ ਫੌਜ ਨੂੰ ਕੋਈ ਪਤਾ ਨਾ ਲੱਗਾ
ਕਿ ਬੰਦਾ ਸਿੰਘ ਕਿਸ ਪਾਸੇ ਅਲੋਪ ਹੋ ਗਿਆ ਹੈ। ਪਰ ਜਦ ਜੰਮਵਾਲੀਏ ਰਾਜਾ ਧਰੁਵਦੇਵ ਨੂੰ ਬੰਦਾ ਸਿੰਘ ਦੇ ਚੜ੍ਹਦੇ ਦੱਖਣ ਦੀਆਂ ਪਹਾੜੀਆਂ ਵਿੱਚ ਪੁੱਜਣ ਦੀ ਸੂਹ ਲੱਗੀ ਤਾਂ ਉਸਨੇ ਮੁਗਲ ਰਾਜ ਦੀ ਵਫਾਦਾਰੀ ਦਾ ਸਬੂਤ ਦਿੰਦਿਆਂ ਹੋਇਆਂ ਇੱਕ ਪਾਸੇ ਤਾਂ ਸੂਬਾ ਲਾਹੌਰ ਦੇ ਅਖਬਾਰ ਨਵੀਸ ਨੂੰ ਖਬਰ ਪਹੁੰਚਾ ਦਿੱਤੀ ਅਤੇ ਦੂਸਰੇ ਪਾਸੇ ਰਜੌਰੀ ਦੇ ਸੱਜਦ ਅਜ਼ਮਤੁੱਲਾ ਖਾਨ ਨੂੰ ਨਾਲ ਲੈ ਕੇ ਬੰਦਾ ਸਿੰਘ ਵਾਲੇ ਜਥੇ ਦਾ ਰਾਹ ਰੋਕ ਦਿੱਤਾ। ਹੁਣ ਤੱਕ ਪਿੱਛੇ ਲੱਗੀ ਫੌਜ ਨੂੰ ਵੀ ਸੂਹ ਮਿਲ ਚੁੱਕੀ ਸੀ ਕਿ ਬੰਦਾ ਸਿੰਘ ਕਿਸ ਪਾਸੇ ਗਿਆ ਹੈ ਤੇ ਇਸ ਵੇਲੇ ਕਿੱਥੇ ਹੈ। ਸੋ ਮੁਹੰਮਦ ਅਮੀਨ ਖਾਨ, ਰੁਸਤਮ ਜੰਗ, ਅਗਰ ਖਾਨ, ਈਸਾ ਖਾਨ ਮੰਝ ਆਦਿ ਨੇ ਆਪਣੀਆਂ ਫੌਜਾਂ ਇਕੱਠੀਆਂ ਕਰ ਲਈਆਂ ਤੇ ਬੜੇ ਤੇਜ਼ੀ ਨਾਲ ਅੱਗੇ ਵੱਧਦੇ ਹੋਏ ਪਹਾੜੀ ਦਰੇ ਦੇ ਸਿਰੇ ਉੱਤੇ ਆ ਪੁੱਜੇ। ਇਹਨਾਂ ਸ਼ਾਹੀ ਸਰਦਾਰਾਂ ਆਪਣੇ ਖਿਆਲ ਅਨੁਸਾਰ ਬੰਦਾ ਸਿੰਘ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਲਿਆ ਹੋਇਆ ਸੀ ਤੇ ਇਸ ਘੇਰੇ ਨੂੰ ਇੰਨਾ ਪੱਕਾ ਕਰ ਲਿਆ ਸੀ ਕਿ ਬੰਦਾ ਸਿੰਘ ਇਸ ਤੋਂ ਬਚ ਕੇ ਨਿਕਲ ਨਹੀਂ ਸਕੇਗਾ। ਇਸ ਖੁਸ਼ਫਹਿਮੀ ਤੇ ਜੋਸ਼ ਵਿੱਚ ਉਹਨਾਂ ਬਾਦਸ਼ਾਹ ਨੂੰ ਖਬਰਾਂ ਲਿਖ ਭੇਜੀਆਂ ਕਿ ਅੱਜ ਜਾਂ ਕੱਲ੍ਹ ਤੱਕ ਸਿੱਖ ਆਗੂ ਨੂੰ ਫੜ ਲਿਆ ਜਾਵੇਗਾ ਤੇ ਜਲਦੀ ਹਜ਼ੂਰ ਦੀ ਖਿਦਮਤ ਵਿੱਚ ਜਿੰਦਾ ਪੇਸ਼ ਕਰ ਦਿੱਤਾ ਜਾਵੇਗਾ। ਇਹ ਖਬਰਾਂ ਲਾਹੌਰੀ ਅਖਬਾਰ ਨਵੀਸ ਵੱਲੋਂ ਬਾਦਸ਼ਾਹ ਦੇ ਹਜ਼ੂਰ ਅਦਾਇਤੁੱਲਾ ਖਾਨ ਦੇ ਰਾਹੀਂ 7 ਅਤੇ 8 ਜੂਨ ਨੂੰ ਪੁੱਜੀਆਂ ਸਨ। ਘੇਰਾ ਘੱਤੀ ਬੈਠੇ ਤੇ ਆਪਣੀ ਹੋਣ ਵਾਲੀ ਸਫਲਤਾ ਦੀ ਖੁਸ਼ੀ ਦੇ ਨਸ਼ੇ ਵਿੱਚ ਮਸਤ ਜਰਨੈਲਾਂ ਦੀ ਮਾਯੂਸੀ ਦੀ ਕੋਈ ਹੱਦ ਨਾ ਰਹੀ ਜਦ ਬੰਦਾ ਸਿੰਘ ਬੜੀ ਦਲੇਰੀ ਤੇ ਆਪਣੀ ਤੀਖਣ ਬੁੱਧੀ ਚੋਂ ਉਪਜਣ ਵਾਲੀ ਚਤੁਰਾਈ ਨਾਲ ਜੋ ਅਤ ਗੰਭੀਰ ਸਥਿਤੀਆਂ ਵਿੱਚ ਉਸ ਨੂੰ ਵੇਲੇ ਸਿਰ ਫੁਰ ਪੈਂਦੀ ਸੀ, ਬਿਨਾਂ ਕਿਸੇ ਨੁਕਸਾਨ ਦੇ ਮੁਗਲ ਫੌਜਾਂ ਦੇ ਘੇਰੇ ਚੋਂ ਬਚ ਕੇ ਨਿਕਲ ਗਿਆ। ਬੰਦਾ ਸਿੰਘ ਦਾ ਸਾਰਾ ਹੀ ਲੜਨ ਢੰਗ ਨਿਰਾਲਾ ਸੀ। ਉਸ ਦੀ ਕਿਸੇ ਚਾਲ ਦਾ ਦੁਸ਼ਮਣ ਨੂੰ ਪਤਾ ਤੱਕ ਨਹੀਂ ਸੀ ਲੱਗਦਾ। ਉਹ ਹਮੇਸ਼ਾ ਆਪਣੇ ਆਪ ਨੂੰ ਪਾਸਿਆਂ ਤੇ ਰੱਖਦਾ ਸੀ ਤੇ ਫੌਜਾਂ ਨੂੰ ਮੌਕਾ ਹੀ ਨਹੀਂ ਸੀ ਦਿੰਦਾ ਕਿ ਵੈਰੀ ਉਸ ਨੂੰ ਵੇਖ ਸਕਣ। ਮੈਦਾਨ ਵਿੱਚ ਬੰਦਾ ਸਿੰਘ ਵਿਰੁੱਧ ਰੁੱਝੀਆਂ ਮੁਗਲ ਫੌਜਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਉਹ ਕਿੱਥੇ ਹੈ। ਜਰਨੈਲ ਫੌਜ ਦਾ ਜਲਗਾਰ ਕਿਸ ਪਾਸੇ ਕਰਾਉਣ, ਮੌਕਾ ਤਾੜ ਕੇ ਵੈਰੀ ਦੇ ਉਸ ਹਿੱਸੇ ਤੇ ਬਿਜਲੀ ਵਾਂਗ ਆਣ ਟੁੱਟਦਾ ਸੀ ਜਿਸ ਨੂੰ ਚਿੱਤ ਚੇਤਾ ਵੀ ਨਹੀਂ ਸੀ ਹੁੰਦਾ ਕਿ ਉਹ ਕਦੀ ਇਸ ਪਾਸੇ ਵੀ ਆਣ ਪਵੇਗਾ। ਦੁਸ਼ਮਣ ਨੂੰ ਸੁਰਤ ਫੜਨ ਤੋਂ ਪਹਿਲਾਂ ਹੀ ਉਸ ਦੇ ਆਹੂ ਲਾ ਕੇ ਵੇਖਦਿਆਂ ਵੇਖਦਿਆਂ ਹੀ ਅਲੋਪ ਹੋ ਜਾਂਦਾ ਸੀ। ਅੱਜ ਜਰਨੈਲਾਂ ਨੂੰ ਪੂਰਨ ਭਰੋਸਾ ਸੀ ਕਿ ਉਹਨਾਂ ਬੰਦਾ ਸਿੰਘ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ, ਉਹ ਨਿਕਲ ਨਹੀਂ ਸਕੇਗਾ। ਉਹਨਾਂ ਦੇ ਹਿਸਾਬ ਨਾਲ ਇਹ ਗੱਲ 100% ਠੀਕ ਸੀ, ਕਿਉਂਕਿ ਇਸ ਲਈ 3 ਪਾਸੀਂ ਬਾਦਸ਼ਾਹੀ ਫੌਜਾਂ ਸਨ ਅਤੇ ਚੌਥੇ ਪਾਸੇ ਸਿੱਧੀ ਪਹਾੜੀ ਖੜੀ ਸੀ ਜਿਸ ਉੱਤੇ ਸਵਾਰੀ ਨਾਲ ਚੜ੍ਹਨਾ ਤਾਂ ਕਿਤੇ ਰਿਹਾ, ਪੈਦਲ ਚੜ੍ਹਨਾ ਵੀ ਅਸੰਭਵ ਸੀ। ਕਿਸੇ ਪਾਸੇ ਨਿਕਲ ਜਾਣ ਦੀ ਕੋਈ ਰਾਹ ਨਹੀਂ ਸੀ। ਪਰ ਉਸ ਨੇ ਇਹੋ ਜਿਹੇ ਕਈ ਮੌਕੇ ਵੇਖੇ ਸਨ ਤੇ ਭਿਆਨਕ ਮੁਸੀਬਤਾਂ ਸਿਰ ਤੇ ਹੰਢਾਈਆਂ ਸਨ। ਆਪਣੀ ਲੁਕਵੀਂ ਥਾਂ ਤੋਂ ਹਰਕਤ ਕੀਤੀ ਤੇ ਅੱਖ ਬਚਾ ਕੇ ਚੀਤੇ ਵਾਂਗ ਇੱਕ ਨੁੱਕਰ ਨੂੰ ਹੋ ਗਿਆ। ਜਿਹੜਾ ਪਾਸਾ ਰੁਸਤਮ ਦਿਲ ਖਾਂ ਆਪਣੀ ਫੌਜ ਨਾਲ ਮੱਲੀ ਖੜਾ ਸੀ, ਉਸ ਨੂੰ ਪਤਾ ਨਾ ਲੱਗਣ ਦਿੱਤਾ ਕਿ ਬੰਦਾ ਸਿੰਘ ਉਸ ਦੇ ਇੰਨੇ ਲਾਗੇ ਪਹੁੰਚ ਗਿਆ ਹੈ। ਉਹ ਝਾੜਾਂ ਵਿੱਚ ਸ਼ਹਿ ਮਾਰੀ ਖੜੇ ਸਨ। ਮੌਕਾ ਤਾੜ ਕੇ ਪੜੋਲ ਕਠੂਏ ਦੇ ਲਾਗਿਓਂ ਬਿਲਕੁਲ ਰੁਸਤਮ ਦਿਲ ਖਾਂ ਦੇ ਐਨ ਸਾਹਮਣਿਓਂ ਬੜੀ ਫੁਰਤੀ ਨਾਲ ਨਿਕਲ ਕੇ ਅਚਾਨਕ ਹੀ ਉਸ ਦੀਆਂ ਫੌਜਾਂ ਉੱਤੇ ਟੁੱਟ ਪਿਆ। ਗਾਜ਼ੀ ਖਾਨ ਰੁਸਤਮ ਜੰਗ, ਜੋ ਇੱਕ ਹੰਡਿਆ ਤੇ ਔਖ ਵੇਲੇ ਵੀ ਅਡੋਲ ਰਹਿਣ ਵਾਲਾ ਸੂਰਮਾ ਸੀ, ਨੇ ਆਪਣਾ ਸਾਰਾ ਤਾਣ ਲਾਇਆ, ਪਰ ਝੱਟ-ਪੱਟ ਸਿਰ ਤੇ ਚਾੜੇ ਸਿੰਘਾਂ ਦੇ ਰੌਲੇ ਨੂੰ ਰੋਕ ਨਾ ਸਕਿਆ। ਤਲਵਾਰਾਂ ਸੂਤ ਕੇ ਬੰਦਾ ਸਿੰਘ ਤੇ ਉਸ ਦੇ ਸਾਥੀ ਬਾਦਸ਼ਾਹੀ ਫੌਜਾਂ ਦੀਆਂ ਸਫਾਂ ਨੂੰ ਚੀਰਦੇ ਤੇ ਜੋ ਸਾਹਮਣੇ ਆਇਆ ਉਸ ਨੂੰ ਤੇਗ ਦੇ ਘਾਟ ਉਤਾਰਦੇ ਹੋਏ ਰੁਸਤਮ ਜੰਗ ਦੀਆਂ ਅੱਖਾਂ ਸਾਹਮਣੇ ਅਲੋਪ ਹੋ ਗਏ। ਦੁਸ਼ਮਣ ਨੂੰ ਮਗਰ ਪੈਣ ਦੀ ਵੀ ਹੋਸ਼ ਨਾ ਰਹੀ। ਮੁਗਲ ਸਰਦਾਰ ਦੀ ਨਿਰਾਸਤਾ ਤੇ ਪੜੋਲ ਕਠੂਏ ਦੇ ਲੋਕਾਂ ਦੀ ਸ਼ਾਮਤ। ਇੰਨੀ ਵੱਡੀ ਵਿਉਂਤਬੱਧ ਮੁਹਿੰਮ ਅੱਖ ਦੇ ਪਲਕਾਰੇ ਵਿੱਚ ਘੱਟੀ ਕੌਡੇ ਹੋ ਗਈ। ਸਰਦਾਰ ਸੁਪਨੇ ਲੈ ਰਹੇ ਸਨ ਕਿ ਉਹ ਸਫਲਤਾ ਦੇ ਐਨ ਲਾਗੇ ਪਹੁੰਚ ਚੁੱਕੇ ਸਨ। ਬਾਦਸ਼ਾਹ ਉਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਤੇ ਖੁਸ਼ ਹੋ ਕੇ ਇਨਾਮ ਕਿਰਾਮ ਤੇ ਖਿਤਾਬਾਂ ਨਾਲ ਉਹਨਾਂ ਨੂੰ ਲੱਦ ਦੇਵੇਗਾ। ਉਹ ਖੁਸ਼ ਸਨ
कि जो बादशाह की अगवाई विच काम ना हो सकिया वो उन्हां इकल्लियां ही कर विखाया। पर जद बंदा सिंह बहादुर काबू आया हथों तिलक गया तां रोस्तम दिल खां दा दिल टुट गया। उस दी निराशता दी कोई हद ना रही। बंदा सिंह नूं फड़ लैण दी कोई उम्मीद ना रही, क्योंकि ਉਹ ਹੁਣ ਓਬੜ ਖੋਬੜ ਪਹਾੜਾਂ ਦੀਆਂ ਤੰਗ ਔਖੀਆਂ ਘਾਟੀਆਂ, ਗੁੰਝਲਦਾਰ ਡੰਡੀਆਂ ਤੇ ਹਨੇਰੀਆਂ ਗਾਰਾਂ ਖੱਡਾਂ ਵਿੱਚ ਜਾ ਵੜਿਆ ਸੀ। ਰੁਸਤਮ ਦਿਲ ਖਾਨ ਦੀ ਨਿਰਾਸ਼ਤਾ ਨੇ ਉਸ ਨੂੰ ਬਹੁਤ ਛਿੱਬਿਆਂ ਪਾ ਦਿੱਤਾ। ਉਸ ਨੇ ਆਪਣਾ ਗੱਚ ਪੜੋਲ ਕਠੂਏ ਦੇ ਲਾਗੇ ਦੀ ਵਸੋਂ ਤੇ ਕੱਢਿਆ। ਆਪਣੀ ਨਾਕਾਮਯਾਬੀ ਤਾਂ ਕਿਸੇ ਦੇ ਸਿਰ ਥੱਪਣੀ ਹੀ ਸੀ। ਉਸ ਨੇ ਅਨੇਕਾਂ ਬੇਗੁਨਾਹ ਤੇ ਮਾਸੂਮ ਲੋਕਾਂ ਨੂੰ ਝੂਠੀ ਊਝ ਥੱਲੇ ਧਰ ਕੇ ਫੜ ਲਿਆ ਕਿ ਉਹ ਸਿੱਖ ਹਨ ਤੇ ਬੰਦਾ ਸਿੰਘ ਦੇ ਹਮਾਇਤੀ ਹਨ। ਬੱਚੇ, ਬੁੱਢੇ ਤੇ ਜਵਾਨ ਫੜ ਕੇ ਗੁਲਾਮ ਬਣਾ ਲਏ ਤੇ ਆਪਣੇ ਸਿਪਾਹੀਆਂ ਨੂੰ, ਜਿਨ੍ਹਾਂ ਨੂੰ ਬੜੇ ਚਿਰ ਤੋਂ ਤਨਖਾਹਾਂ ਨਹੀਂ ਸਨ ਮਿਲੀਆਂ, ਕਿ ਫੜੇ ਹੋਏ ਬਦਨਸੀਬ ਲੋਕ ਤਨਖਾਹਾਂ ਵਜੋਂ ਦੇ ਦਿੱਤੇ ਗਏ। ਇੰਜ ਸਾਰੇ ਜਬਰੀ ਬਣਾਏ ਗੁਲਾਮ ਬੰਦੀ ਬਣਾ ਕੇ ਲਾਹੌਰ ਲਿਆਂਦੇ ਗਏ, ਜਿੱਥੇ ਇਹਨਾਂ ਨੂੰ ਲਾਹੌਰ ਦੀ ਘੋੜ ਮੰਡੀ, ਨਖਾਸ ਬਾਜ਼ਾਰ ਵਿੱਚ ਪਸ਼ੂਆਂ ਵਾਂਗ ਵੇਚਿਆ ਗਿਆ ਤੇ ਇੰਜ ਤਨਖਾਹਾਂ ਪੂਰੀਆਂ ਕੀਤੀਆਂ ਗਈਆਂ। ਮੁਗਲ ਸਰਦਾਰਾਂ ਦੀ ਆਪੋ ਵਿੱਚ ਖਿੱਚੋਤਾਣ। ਜਿੱਤ ਵਿੱਚ ਹਰ ਕੋਈ ਹਿੱਸੇਦਾਰ ਬਣ ਬੈਂਦਾ ਹੈ, ਪਰ ਹਾਰ ਵੇਲੇ ਕੋਈ ਵੀ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਹੁੰਦਾ ਕਿ ਇਹ ਮੇਰੀ ਢਿੱਲ ਦਾ ਸਬੱਬ ਹੈ। ਬੰਦਾ ਸਿੰਘ ਤਾਂ ਅੱਖਾਂ ਦੇ ਮੂਹਰੇ ਹੀ ਅਲੋਪ ਹੋ ਗਿਆ ਤੇ ਜਾਂਦਾ ਹੋਇਆ ਕਈਆਂ ਨੂੰ ਬਿਲੇ ਲਾ ਗਿਆ, ਅਨੇਕਾਂ ਘਾਇਲ ਕਰਕੇ ਸੁੱਟ ਗਿਆ। ਇਸ ਵਿੱਚ ਕਿਸ ਦੀ ਢਿੱਲ ਹੈ, ਕੌਣ ਸਵੀਕਾਰ ਕਰੇ। ਬੰਦਾ ਸਿੰਘ ਨਿਕਲਿਆ ਵੀ ਰੁਸਤਮ ਜੰਗ ਵੱਲੋਂ ਰੋਕੀ ਬਾਹੀ ਨੂੰ ਚੀਰ ਕੇ ਸੀ। ਇਸ ਦੇ ਛੇਤੀ ਹੀ ਪਿੱਛੋਂ ਮੁਹੰਮਦ ਅਮੀਨ ਖਾਨ ਅਤੇ ਰੁਸਤਮ ਦਿਲ ਖਾਨ ਵਿਚਕਾਰ ਮਤਭੇਦ ਦੇ ਕਾਰਨ ਕਾਫੀ ਕੁੜੱਤਣ ਆ ਗਈ, ਜੋ ਇੰਨੀ ਵੱਧ ਗਈ ਸੀ ਕਿ ਅਮੀਨ ਖਾਨ ਰੁਸਤਮ ਦਿਲ ਦੇ ਵਿਰੁੱਧ ਹੋਈ ਅਣਹੋਣੀ ਨੂੰ ਗੰਢ ਕੇ ਵਧਾ ਚੜਾ ਕੇ ਬਾਦਸ਼ਾਹ ਦੇ ਕੰਨ ਭਰਨ ਤੇ ਉਸ ਵੱਲੋਂ ਬਾਦਸ਼ਾਹ ਦਾ ਮਨ ਮੈਲਾ ਕਰਨ ਵਿੱਚ ਸਫਲ ਹੋ ਗਿਆ। ਜਿਵੇਂ ਕਿ ਲਗਭਗ ਸਾਰੇ ਹੀ ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਹਨ, ਬਹਾਦਰ ਸ਼ਾਹ ਇਸ ਸਿਫਤ ਵਿੱਚ ਹੋਰਨਾਂ ਨਾਲੋਂ ਵੀ ਬਹੁਤ ਅੱਗੇ ਸੀ ਤੇ ਸੱਚ ਛਾਨਣ ਦੀ ਥਾਂ ਚੁਗਲੀਆਂ ਤੇ ਝੂਠ ਮੂਠ ਦੀਆਂ ਉਂਝਾਂ ਨੂੰ ਹੀ ਪੱਲੇ ਬੰਨ੍ਹ ਲੈਂਦਾ ਸੀ। ਮੁਹੰਮਦ ਅਮੀਨ ਖਾਨ ਨੇ ਬਾਦਸ਼ਾਹ ਦੀ ਇਸ ਕਮਜ਼ੋਰੀ ਤੋਂ ਖੂਬ ਫਾਇਦਾ ਉਠਾਇਆ। ਮੁਗਲ ਦਰਬਾਰ ਵਿੱਚ ਦੂਸਰਿਆਂ ਦੀਆਂ ਲੱਤਾਂ ਖਿੱਚ ਕੇ ਉਹਨਾਂ ਨੂੰ ਬਾਦਸ਼ਾਹ ਦੀਆਂ ਨਜ਼ਰਾਂ ਵਿੱਚ ਗਿਰਾ ਕੇ ਆਪ ਅੱਗੇ ਵਧਣਾ ਤੇ ਬਾਦਸ਼ਾਹ ਦੇ ਕਰੀਬ ਹੋ ਕੇ ਨਿੱਜੀ ਲਾਭ ਕਮਾਉਣ ਦਾ ਮਰਜ਼ ਵਬਾਹ ਵਾਂਗ ਵਧਿਆ ਹੋਇਆ ਸੀ। ਮੁਹੰਮਦ ਅਮੀਨ ਖਾਂ ਭਾਵੇਂ ਆਪ ਇੱਕ ਬਹੁਤ ਚੰਗਾ, ਸਿਆਣਾ ਤੇ ਮੁਗਲ ਰਾਜ ਦਾ ਵਫਾਦਾਰ ਜਰਨੈਲ ਸੀ, ਪਰ ਇਹ ਵੀ ਉੱਪਰਲੇ ਰੋਗ ਦਾ ਗਰਸਿਆ ਹੋਇਆ ਸੀ। ਇਸ ਦੇ ਵੀ ਮੌਕਾ ਹੱਥ ਆ ਗਿਆ ਕਿ ਬਾਦਸ਼ਾਹ ਨੂੰ ਕਿਸੇ ਮਾੜੀ ਘਟਨਾ ਜਾਂ ਹਾਰ ਜੋ ਕਿਸੇ ਦੇ ਜ਼ਾਹਰਾ ਤੌਰ ਤੇ ਜ਼ਿੰਮੇ ਲੱਗਦੀ ਹੋਵੇ, ਉਸ ਨੂੰ ਵਧਾ ਚੜਾ ਕੇ ਦੱਸਿਆਂ ਆਪਣੇ ਵਿਰੋਧੀ ਦੇ ਬਰਖਲਾਫ ਲਾਭ ਪ੍ਰਾਪਤ ਕਰ ਲੈਣਾ ਮੌਕੇ ਅਨੁਸਾਰ ਬੁਰਾ ਨਹੀਂ। ਉਸ ਨੇ ਉਹ ਕੁਝ ਕੀਤਾ ਜੋ ਮੁਗਲ ਦਰਬਾਰ ਵਿੱਚ ਹੋ ਰਿਹਾ ਸੀ। ਉਸ ਨੇ ਬਾਦਸ਼ਾਹ ਨੂੰ ਲਿਖ ਭੇਜਿਆ ਕਿ ਬੰਦਾ ਸਿੰਘ ਬਿਲਕੁਲ ਹੱਥ ਵਿੱਚ ਆ ਹੀ ਗਿਆ ਸੀ ਜੇ ਰੁਸਤਮੇ ਜੰਗ ਆਪਣੀ ਬਦਨੀਤੀ ਨਾਲ ਉਸ ਦੇ ਨਿਕਲ ਭੱਜਣ ਵਿੱਚ ਸਹਾਈ ਨਾ ਹੁੰਦਾ। ਇਸ ਨੇ ਉਸ ਪਾਸੋਂ ਇੱਕ ਵੱਡੀ ਰਕਮ ਲੈ ਕੇ ਆਪਣੀ ਬਾਹੀ ਵਾਲੇ ਪਾਸਿਓਂ ਉਸ ਨੂੰ ਨਿਕਲ ਜਾਣ ਵਿੱਚ ਸਹਾਇਤਾ ਕੀਤੀ ਹੈ, ਕਿਉਂਕਿ ਇਸ ਨੇ ਬੰਦਾ ਸਿੰਘ ਨੂੰ ਰੋਕਣ ਵਿੱਚ ਜ਼ਿਆਦਾ ਢਿੱਲ ਕੀਤੀ ਹੈ। ਇਹ ਚਾਹੁੰਦਾ ਤਾਂ ਉਸ ਨੂੰ ਫੜ ਸਕਦਾ ਸੀ। ਇੱਥੋਂ ਸਿੱਧ ਹੁੰਦਾ ਹੈ ਕਿ ਇਹ ਉਸ ਨਾਲ ਲਾਲਚ ਵਸ ਮਿਲਿਆ ਹੋਇਆ ਸੀ। ਮੁਹੰਮਦ ਸ਼ਫੀ ਵਾਰਿਦ ਆਪਣੀ ਪੁਸਤਕ ਮਿਰਤ ਵਾਰਦਾਤ ਵਿੱਚ ਇਸ ਬਾਰੇ ਲਿਖਦਾ ਹੈ ਕਿ ਮੁਹੰਮਦ ਅਮੀਨ ਖਾਨ ਨੇ ਰੁਸਤਮੇ ਜੰਗ ਦੇ ਵਿਰੁੱਧ ਬੇਈਮਾਨੀ ਅਤੇ ਦਗੇ ਦੀ ਉਂਝ ਲਗਾਈ ਤੇ ਕਿਹਾ ਕਿ ਰੁਸਤਮੇ ਜੰਗ ਨੇ ਨਰਗੇ ਵਿੱਚ ਆਏ ਬੰਦਾ ਸਿੰਘ ਪਾਸੋਂ ਇੱਕ ਵੱਡੀ ਰਕਮ ਵੱਡੀ ਵਜੋਂ ਲੈ ਕੇ ਐਨ ਸਮੇਂ ਸਿਰ ਹਮਲਾ ਕਰਨ ਵਿੱਚ ਢਿੱਲ ਕੀਤੀ ਹੈ ਤੇ ਇਸ ਤਰ੍ਹਾਂ ਬੰਦਾ ਸਿੰਘ ਦੀ ਸਹਾਇਤਾ ਕਰਕੇ ਉਸ ਨੂੰ ਕਾਬੂ ਆਉਣ ਤੋਂ ਬਚਾ ਦਿੱਤਾ ਹੈ। ਕੰਨਾਂ ਦੇ ਕੱਚੇ ਤੇ ਲਾਈ ਲੱਗ ਬਾਦਸ਼ਾਹ ਨੇ ਅਮੀਨ ਖਾਨ ਦੀ ਇਸ ਮਨ ਘੜਤ ਕਹਾਣੀ ਨੂੰ ਸੱਚੀ ਮੰਨ ਲਿਆ। ਬਾਦਸ਼ਾਹ ਉੱਤੇ ਹੋਏ ਅਸਰ ਦੀ ਪੁਸ਼ਟੀ ਇਸ ਗੱਲ ਤੋਂ ਹੋ ਜਾਂਦੀ ਹੈ ਕਿ ਜਦ 11 ਜੁਲਾਈ ਨੂੰ ਰੁਸਤਮ ਦਿਲ ਖਾਂ ਵੱਲੋਂ ਭੇਜੀ ਅਰਜੀ ਬਾਦਸ਼ਾਹ ਨੂੰ ਪੁੱਜੀ
ਜਿਸ ਵਿੱਚ ਲਿਖਿਆ ਸੀ ਕਿ ਬੰਦਾ ਸਿੰਘ ਜੰਮੂ ਦੇ ਪਹਾੜ ਦੇ ਦਰੇ ਵਿੱਚ ਚਲਾ ਗਿਆ ਹੈ। ਜੇ ਮੈਨੂੰ ਸ਼ਹਿਨਸ਼ਾਹ ਵੱਲੋਂ ਸਹਾਇਤਾ ਵਜੋਂ ਹੋਰ ਇਮਦਾਦੀ ਫੌਜ ਮਿਲ ਜਾਵੇ ਤਾਂ ਮੈਂ ਉਸ ਨੂੰ ਦਰੇ ਦੇ ਮੂੰਹ ਤੇ ਛੱਡ ਕੇ ਆਪ ਉਸ ਦੇ ਵਿਰੁੱਧ ਦਰੇ ਵਿੱਚ ਜਾਵਾਂ ਤੇ ਬੰਦਾ ਸਿੰਘ ਨੂੰ ਫੜਾਂ ਜਾਂ ਮਾਰਾਂ। ਤਾਂ ਬਾਦਸ਼ਾਹ ਇਸ ਉੱਤੇ ਕੋਈ ਅਮਲ ਕਰਨ ਦੀ ਥਾਂ ਚੁੱਪ ਰਿਹਾ, ਇੱਥੋਂ ਤੱਕ ਕਿ ਉਸ ਨੂੰ ਕੋਈ ਉੱਤਰ ਵੀ ਨਾ ਘਲਾਇਆ। ਬਾਦਸ਼ਾਹ ਦੇ ਇਸ ਰੁੱਖੇ ਤੇ ਅਯੋਗ ਵਰਤਾਓ ਨੇ ਰੁਸਤਮ ਦਿਲ ਖਾਨ ਨੂੰ ਪਰੇਸ਼ਾਨ ਕਰ ਦਿੱਤਾ। ਉਸ ਦੀ ਵਫਾਦਾਰੀ ਵਿੱਚ ਤਾਂ ਕੋਈ ਫਰਕ ਨਹੀਂ ਸੀ ਆਇਆ, ਨਾ ਹੀ ਉਸ ਪਾਸੋਂ ਕੋਈ ਐਸੀ ਅਵੱਗਿਆ ਹੋਈ ਸੀ। ਫਿਰ ਬਾਦਸ਼ਾਹ ਦਾ ਰੁੱਖਾਪਣ ਕਿਉਂ? ਇਸ ਨੂੰ ਆਪਣੇ ਬਦਖਾਹ ਦੀ ਡੂੰਘੀ ਚਾਲ ਸਮਝ ਕੇ ਇਕੱਲਾ ਹੀ ਲਾਹੌਰ ਵੱਲ ਤੁਰ ਆਇਆ ਤਾਂ ਕਿ ਬਾਦਸ਼ਾਹ ਦੀ ਸੇਵਾ ਵਿੱਚ ਆਪ ਹਾਜ਼ਰ ਹੋ ਕੇ ਖੁਦ ਸਾਰੀ ਹਕੀਕਤ ਬਿਆਨ ਕਰੇ ਤੇ ਹੋਰ ਸੈਨਾ ਦੀ ਸਹਾਇਤਾ ਲਈ ਅਰਜ਼ ਗੁਜ਼ਾਰੇ। ਬਾਦਸ਼ਾਹ ਨੂੰ ਉਸ ਦੇ ਜੰਮੂ ਵੱਲੋਂ ਫੌਜ ਨੂੰ ਪਿੱਛੇ ਛੱਡ ਤੁਰ ਆਉਣ ਦੀ ਖਬਰ ਮਿਲ ਚੁੱਕੀ ਸੀ। ਇਸ ਨਾਲ ਬਾਦਸ਼ਾਹ ਨੂੰ ਹੋਰ ਚਿੱਪ ਚੜ੍ਹੀ। ਸੋ ਬਹਾਦਰ ਸ਼ਾਹ ਨੇ ਹਮੀਦਦੀਨ ਨੂੰ ਹੁਕਮ ਦਿੱਤਾ ਕਿ ਰੁਸਤਮ ਦਿਲ ਖਾਨ ਨੂੰ ਬਾਦਸ਼ਾਹੀ ਲਸ਼ਕਰ ਵਿੱਚ ਨਾ ਵੜਨ ਦਿੱਤਾ ਜਾਵੇ। ਪਰ ਜਦ ਉਸ ਨੂੰ ਦੱਸਿਆ ਗਿਆ ਕਿ ਉਹ ਤਾਂ ਅੱਗੇ ਲਾਹੌਰ ਆਇਆ ਹੋਇਆ ਹੈ ਅਤੇ ਇਸ ਵੇਲੇ ਆਪਣੀ ਹਵੇਲੀ ਵਿੱਚ ਹੈ, ਬਾਦਸ਼ਾਹ ਬਹੁਤ ਗਜ਼ਬਨਾਕ ਹੋਇਆ ਤੇ ਹੁਕਮ ਦਿੱਤਾ ਕਿ ਉਸ ਦਾ ਘਰ ਘਾੜ ਜ਼ਬਤ ਕਰ ਲਿਆ ਜਾਵੇ ਅਤੇ ਜੇ ਅੱਗੋਂ ਕੋਈ ਊਚ ਨੀਚ ਕਰੇ ਤਾਂ ਜਾਨੋਂ ਮਾਰ ਦਿੱਤਾ ਜਾਵੇ। 22 ਅਗਸਤ ਨੂੰ ਜਦ ਸਰਕਾਰੀ ਅਫਸਰ ਬਾਦਸ਼ਾਹ ਦਾ ਹੁਕਮ ਲੈ ਕੇ ਗਏ ਤਾਂ ਰੁਸਤਮ ਦਿਲ ਖਾਂ ਅੱਗੋਂ ਲੜਨ ਨੂੰ ਤਿਆਰ ਹੋ ਪਿਆ। ਅਫਸਰਾਂ ਨੇ ਉਸ ਨੂੰ ਜ਼ੋਰ ਨਾਲ ਕਾਬੂ ਕਰ ਲਿਆ ਪਰ ਜਾਨੋਂ ਨਾ ਮਾਰਿਆ। ਜਦ ਬਾਦਸ਼ਾਹ ਨੂੰ ਇਹ ਖਬਰ ਦੇ ਕੇ ਅਗਲਾ ਹੁਕਮ ਪੁੱਛਿਆ ਗਿਆ ਤਾਂ ਉਸ ਨੇ ਹੁਕਮ ਦਿੱਤਾ ਕਿ ਰੁਸਤਮ ਦਿਲ ਖਾਂ ਦੇ ਹੱਥ ਘੜੀਆਂ ਤੇ ਪੈਰੀਂ ਬੇੜੀਆਂ ਪਾ ਕੇ ਸ਼ਾਹੀ ਕਿਲੇ ਵਿੱਚ ਕੈਦ ਕਰ ਦਿੱਤਾ ਜਾਵੇ। ਉਸ ਦਾ ਘਰ ਘਾਟ ਅਤੇ ਮਾਲ ਅਸਬਾਬ ਸਭ ਜ਼ਬਤ ਕਰ ਲਿਆ ਜਾਵੇ। ਉਸ ਦੀ ਆਲੀਸ਼ਾਨ ਹਵੇਲੀ ਜੋ ਸ਼ਾਹੀ ਮਹੱਲ ਨਾਲੋਂ ਘੱਟ ਨਹੀਂ ਸੀ, ਸਰਬਰਾਹ ਖਾਨ ਕੋਤਵਾਲ ਨੂੰ ਦੇ ਦਿੱਤੀ ਜਾਵੇ। ਬਾਦਸ਼ਾਹ ਨੂੰ ਭਾਵੇਂ ਮੁਹੰਮਦ ਅਮੀਨ ਖਾਂ ਨੇ ਪਹਿਲਾਂ ਹੀ ਭਖਾਇਆ ਹੋਇਆ ਸੀ, ਪਰ ਰੁਸਤਮ ਦਿਲ ਖਾਂ ਦੇ ਬਿਨਾਂ ਸ਼ਾਹੀ ਹੁਕਮ ਦੇ ਫੌਜ ਜੰਮੂ ਛੱਡ ਕੇ ਆਪਣੀ ਮਰਜ਼ੀ ਨਾਲ ਲਾਹੌਰ ਆ ਜਾਣ ਕਾਰਨ ਬਾਦਸ਼ਾਹ ਦੇ ਗੁੱਸੇ ਦੀ ਸਿਖਰ ਹੋ ਗਈ ਤੇ ਆਪਣੇ ਉੱਘੇ ਜਰਨੈਲ ਵਿਰੁੱਧ ਏਡੇ ਕਰੜੇ ਹੁਕਮ ਦੇ ਦਿੱਤੇ। ਰੁਸਤਮ ਦਿਲ ਖਾਂ ਬੜਾ ਬਹਾਦਰ, ਮੁਹਿੰਮਾਂ ਦਾ ਹੰਡਿਆ ਪਰਖਿਆ, ਬੜੇ ਸਾਊ ਤੇ ਖੁਲਾਸੇ ਸੁਭਾਅ ਵਾਲਾ ਸਰਦਾਰ ਸੀ। ਸਰਕਾਰੀ ਅਫਸਰ ਜਦ ਉਸ ਨੂੰ ਬੇੜੀਆਂ ਪਾਈ ਕਿਲੇ ਵੱਲ ਲਈ ਜਾ ਰਹੇ ਸਨ ਤਾਂ ਰਸਤੇ ਵਿੱਚ ਕਈ ਲੋਕਾਂ ਨੇ ਜੋ ਉਸ ਦੇ ਹੱਥੋਂ ਕਿਸੇ ਕਾਰਨ ਦੁਖੀ ਸਨ ਉਸ ਨੂੰ ਗਾਲਾਂ ਕੱਢੀਆਂ, ਉਸ ਵੱਲ ਨਫ਼ਰਤ ਨਾਲ ਥੁੱਕਿਆ ਤੇ ਘੱਟੇ ਦੇ ਬੁੱਕ ਭਰ ਭਰ ਉਸ ਉੱਤੇ ਸੁੱਟੇ। ਪਰ ਉਹ ਆਪਣੇ ਖੁੱਲ੍ਹੇ ਖਲਾਸੇ ਤੇ ਬੇਪਰਵਾਹ ਸੁਭਾਅ ਅਨੁਸਾਰ ਬਿਲਕੁਲ ਘਬਰਾਇਆ ਨਹੀਂ, ਸਗੋਂ ਆਪਣੇ ਉਹਨਾਂ ਅਫਸਰਾਂ ਜਿਨ੍ਹਾਂ ਉਸ ਨੂੰ ਫੜਿਆ ਸੀ ਤੇ ਉਸ ਨਾਲ ਹੀ ਹਾਥੀ ਤੇ ਸਵਾਰ ਸਨ ਨਾਲ ਹਾਸਾ ਠੱਠਾ ਕਰਦਾ ਰਿਹਾ। ਅੱਗੇ ਜਾ ਕੇ ਰਾਹ ਵਿੱਚ ਇੱਕ ਪਾਸੇ ਖੜੋਤਿਆਂ ਬੰਦਿਆਂ 'ਚੋਂ ਕਿਸੇ ਮਨਚਲੇ ਨੇ ਉੱਚੀ ਸਾਰੀ ਸੁਣਾ ਕੇ ਆਖਿਆ, ਦੱਲਾ ਦੱਲਾ। ਇਸ ਵੇਲੇ ਇਸਲਾਮ ਖਾਨ ਦੂਜੇ ਹਾਥੀ ਤੇ ਸਵਾਰ ਹੋਇਆ ਪਿੱਛੇ ਪਿੱਛੇ ਆ ਰਿਹਾ ਸੀ। ਰੁਸਤਮ ਦਿਲ ਖਾਨ ਨੇ ਉਸੇ ਬੇਪਰਵਾਹੀ ਨਾਲ ਉਹਨਾਂ ਵੱਲ ਮਾੜਾ ਜਿਹਾ ਤੱਕਿਆ ਤੇ ਕਹਿਣ ਲੱਗਾ, ਭਾਈ ਤੁਹਾਡਾ ਕਿਸ ਤੋਂ ਮਤਲਬ ਹੈ, ਅਗਲਾ ਦੱਲਾ ਜਾਂ ਪਿਛਲਾ ਦੱਲਾ? ਰੁਸਤਮ ਖਾਨ ਉੱਤੇ ਸ਼ਾਹੀ ਕਹਿਰ ਨਾਜ਼ਲ ਹੋ ਚੁੱਕਿਆ ਸੀ। ਉਸ ਦਾ ਮੀਰ ਤੌਜਕ ਦਾ ਅਹੁਦਾ ਇਸਲਾਮ ਖਾਨ ਨੂੰ ਦਿੱਤਾ ਗਿਆ ਅਤੇ ਅਨਾਇਤੁੱਲਾ ਖਾਨ ਖਾਨ ਸ਼ਾਮਾਂ ਨੂੰ ਹੁਕਮ ਹੋਇਆ ਕਿ ਉਸ ਦੀ ਕੁੱਲ ਜਾਇਦਾਦ ਜ਼ਬਤ ਕਰ ਲਈ ਜਾਵੇ। ਰੁਸਤਮ ਦਿਲ ਖਾਨ ਦੇ ਜ਼ਬਤ ਹੋਏ ਮਾਲ ਮਤਾ 'ਚੋਂ ਜੋ ਮਿਲਿਆ ਉਹ ਇਸ ਪ੍ਰਕਾਰ ਸੀ: 500 ਸੋਨੇ ਦੀਆਂ ਅਸ਼ਰਫੀਆਂ, 1,36,000 ਚਾਂਦੀ ਦੇ ਰੁਪਏ, 70 ਘੋੜੇ, 19 ਊਠ, ਕੁਝ ਹੀਰੇ ਜਵਾਹਰਾਤ ਅਤੇ 40 ਗੱਡੇ ਤੰਬੂਆਂ ਦੇ। ਇਹਨਾਂ ਤੋਂ ਇਲਾਵਾ ਇੱਕ ਹਵੇਲੀ। 27 ਨਵੰਬਰ ਨੂੰ ਬਾਦਸ਼ਾਹ ਦੀ ਖਿਦਮਤ ਵਿੱਚ ਅਰਜ਼ ਹੋਈ ਕਿ ਰੁਸਤਮ ਦਿਲ ਖਾਨ ਦਾ ਵੱਡਾ ਭਾਈ ਸਿਕੰਦਰ ਖਾਨ ਕਾਂਗੜੇ ਦਾ ਕਿਲੇਦਾਰ ਮਰ ਗਿਆ ਹੈ। ਰੁਸਤਮ ਦਿਲ ਖਾਨ ਦੀ ਹਾਲਤ ਉੱਤੇ ਹਮਦਰਦੀ ਨਾਲ ਗੌਰ ਕੀਤਾ ਜਾਵੇ। ਰੁਸਤਮ ਦਿਲ ਖਾਨ ਨੂੰ ਕੈਦ ਹੋਏ ਨੂੰ 3 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਸੀ। ਇੰਨੇ ਕੁ ਵਕਫੇ ਵਿੱਚ ਬਾਦਸ਼ਾਹ ਦਾ ਉਸ ਵਿਰੁੱਧ ਗੁੱਸਾ ਵੀ ਠੰਡਾ ਹੋ ਗਿਆ ਸੀ। ਉਸ ਦੇ ਮਨ ਵਿੱਚ ਉਸ ਦੀ ਪਿਛਲੀ ਸੇਵਾ ਵਜੋਂ ਰਹਿਮ ਤੇ ਮੁਆਫੀ ਦੀ ਲਹਿਰ ਜਾਗ ਪਈ।
ਕੰਨਾਂ ਦੇ ਕੱਚਿਆਂ ਨੂੰ ਗੁੱਸਾ ਚੜ੍ਹਨ ਉਤਰਨ ਲੱਗਿਆਂ ਦੇਰ ਨਹੀਂ ਲਾਉਂਦਾ। ਬਾਦਸ਼ਾਹ ਨੇ ਰੁਸਤਮ ਦਿਲ ਖਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਗਜ਼ਨਫਰ ਖਾਨ ਦਾ ਖਿਤਾਬ ਬਖਸ਼ਿਆ ਤੇ ਉਸ ਦੇ ਭਰਾ ਦੇ ਅਹੁਦੇ ਤੇ ਕਾਂਗੜੇ ਦਾ ਕਿਲੇਦਾਰ ਨਿਯੁਕਤ ਕਰਕੇ ਉੱਥੇ ਭੇਜ ਦਿੱਤਾ। ਮੁਹੰਮਦ ਅਮੀਨ ਖਾਂ ਸਿੱਖਾਂ ਦੀ ਸੁਧਾਈ ਲਈ ਪਹਾੜਾਂ ਵਿੱਚ ਹੀ ਰਿਹਾ। ਬਹੁਤ ਯਤਨ ਕੀਤੇ ਪਰ ਕੋਈ ਖਾਸ ਸਫਲਤਾ ਨਾ ਪ੍ਰਾਪਤ ਹੋਈ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 11ਵਾਂ। ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।